मेरा कलगियां वाला जी राज में राजा जोग में जोगी। मेरा कलगियां वाला जी राज में राजा जोग में जोगी। कलगियां वाला जी राज में राजा जोग में जोगी। मेरा कलगियां वाला जी राज में राजा जोग में जोगी। मेरा कलगियां वाला जी राज में राजा जोग में जोगी। मेरा कलगियां वाला जी राज में राजा जोग में जोगी। मेरा कलगियां वाला जी राज में राजा जोग में जोगी। मेरा कलगियां वाला राजोग में जोगी। मेरा कलगियां वाला जी राज में राजा जोग में जोगी। मेरा कलगियां वाला जी राज में राजा जोग में जोगी। मेरा कलगियां वाला जी राज में राजा जोग में जोगी। मेरा कलगियां वाला जी राज में राजा जोग में जोगी। राज में राज जोग में जोगी। तप में तपीसर गिष्ट में भोगी। परम सत्कारयोग गुरां की साजी रवाजी साध संगत जी, आओ ਅੰਮ੍ਰਿਤ ਵੇਲੇ ਦਾ ਸਮਾਂ ਹੈ। ਬਡਭਾਗੇ ਰੂਹਾਂ ਗੁਰੂ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸ਼ਿਰਸ਼ਾਰ ਹੋਣ ਵਾਸਤੇ ਰੋਜ਼ਾਨਾ ਦੀ ਤਰ੍ਹਾਂ ਪਹੁੰਚਦੇ ਹਾਂ। ਵੱਡੇ ਭਾਗ ਹਨ, ਵੱਡੇ ਕਰਮ ਹਨ। ਅੱਜ ਇਤਨਾ ਕੁ ਸਮਾਂ ਸਾਡੇ ਹੱਥ ਵਿੱਚ ਹੈ। ਰਹੀ ਵਾਸਤੇ ਕੱਤ ਸਮੇਂ ਨਿੱਕ ਨਾ ਮੰਨੀ। ਇਸ ਸਮੇਂ ਨੂੰ ਸਫਲਾ ਕਰਦਿਆਂ ਗੁਰੂ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਨ ਵਾਸਤੇ ਆਪਣੇ ਆਪ ਨੂੰ ਵਡਭਾਗੇ ਸਮਝਣਾ, ਵੱਡੇ ਭਾਗਾਂ ਵਾਲੇ। ਮਹਾਰਾਜ ਜੀ ਕਹਿਣ ਲੱਗੇ, ਰਾਜ ਮੈਂ ਰਾਜ ਜੋਗ ਮੈਂ ਜੋਗੀ। ਸੁਖਮਨੀ ਸਾਹਿਬ ਦੀ ਪਵਿੱਤਰ ਬਾਣੀ ਹੈ, ਜੋ ਇਹਨੂੰ ਮਹਾਰਾਜ ਜੀ ਕਹਿੰਦੇ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸ਼ਰਾਮ। ਮਹਾਰਾਜ ਜੀ ਕਹਿੰਦੇ ਸੁਖ ਦੇਣ ਵਾਲੀ ਬਾਣੀ ਹੈ, ਪਰ ਅੱਜ ਅਸੀਂ ਸੁਖ ਲੈ ਕੇ ਨਹੀਂ ਰਾਜੀ ਇਸ ਬਾਣੀ ਤੋਂ। ਕੇਵਲ ਤੇ ਕੇਵਲ ਇੱਕ ਫਾਰਮੈਲਿਟੀ ਕਰਨ ਵਾਸਤੇ, ਦਿਖਾਵਾ ਜਾਂ ਕਰਨ ਵਾਸਤੇ ਕੇਵਲ ਤੇ ਕੇਵਲ ਇੱਕ ਬਾਣੀ ਨੂੰ, ਗੁਰੂ ਨੂੰ ਵਰਤ ਰਹੇ ਹਾਂ। ਜੇ ਨਾ ਕੀਤਾ ਤਾਂ ਦੁਨੀਆ ਦੇ ਲੋਕ ਕਹਿਣਗੇ ਲੈ ਇਹਨਾਂ ਤੋਂ ਇੰਨਾ ਵੀ ਨਹੀਂ ਸਰਿਆ ਹੈ। ਪਰ ਜੇ ਮਨ ਵਿੱਚ ਇਹ ਹੋਵੇ ਵੀ ਕਾਰਜਾਂ ਦੀ ਪੂਰਤੀ ਵਾਸਤੇ, ਕਾਰਜਾਂ ਦੀ ਸਫਲਤਾ ਵਾਸਤੇ ਅਸੀਂ ਕਰਾਉਂਦੇ ਹਾਂ, ਉਹ ਨਹੀਂ ਹੈ। ਮਹਾਰਾਜ ਜੀ ਕਹਿਣ ਲੱਗੇ, ਇਹ ਤਾਂ ਫੇਰ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸ਼ਰਾਮ। ਸੁਖ ਫੇਰ ਦਿਓਗੀ ਜੇ ਕਿਤੇ ਬਾਣੀ ਦੇ ਆਸੇ ਅਨੁਸਾਰ ਹੀ ਆਪਣਾ ਜੀਵਨ ਢਾਲਿਆ ਜਾਵੇ। ਪਰ ਇਹ ਬਹੁਤ ਔਖਾ ਹੈ। ਚਲੋ ਖੈਰ, ਮੌਜ ਹੈ ਲੋਕਾਂ ਦੀ, ਆਪਾਂ ਨੇ ਕੀ ਲੈਣਾ ਇਸ ਗੱਲ ਤੋਂ। ਪਰ ਡਾਕਟਰ ਤੋਂ ਜਿਹੜੀ ਅਸਲ ਦਵਾ ਲੈਣੀ ਸੀ ਨਾ, ਉਹ ਨਹੀਂ ਲੈਂਦੇ ਹੈ। ਡਾਕਟਰ ਤੋਂ ਦਵਾ ਲੈਣੀ ਸੀ, ਵਧੀਆ ਚੰਗੀ ਆਸ਼ੀਰਵਾਦ ਦੀ ਦਵਾ ਲੈਣੀ ਸੀ, ਪਰ ਬਦ ਦਵਾ ਲੈ ਲੈਂਦੇ ਦੁਨੀਆ ਦੇ ਲੋਕ। ਬਦ ਦਵਾ। ਗੁਰੂ ਦੀਆਂ ਖੁਸ਼ੀਆਂ ਦੇ ਵਿੱਚ ਹੀ ਖੁਸ਼ੀਆਂ ਹਨ, ਪਰ ਖੁਸ਼ੀ ਲੈਣ ਦਾ ਢੰਗ ਹੋਣਾ ਚਾਹੀਦਾ। ਆ ਮਾਲਵੇ ਦੀ ਧਰਤੀ ਵਿੱਚ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਵੱਧ ਰਹੇ ਹਨ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਇਲਾਕੇ ਨੂੰ ਤਾਰ ਰਹੇ ਹਨ, ਉਦੋਂ ਬਹੁਤਾ ਜ਼ਿਆਦੇ ਸਾਧਾਂ ਦਾ ਜਿਹੜੇ ਸੀ ਨਾ, ਉਹਨਾਂ ਦਾ ਬਹੁਤਾ ਜ਼ੋਰ ਸੀ। ਕਈ ਉਹਨਾਂ ਨੂੰ ਮਸਤਾਨੇ ਦਵਾਨੇ ਵੀ ਆਖਦੇ ਨੇ, ਕਈ ਵੈਰਾਗੀ ਆਖਦੇ ਨੇ। ਚਲੋ ਅੱਡੋ ਅੱਡੀ ਸੁਭਾਅ ਹੈ, ਅੱਡੋ ਅੱਡੀ ਪੰਥ ਨੇ। ਚਲੋ, ਪਰ ਕੋਈ ਕੋਈ ਹੋਊਗਾ ਜਿਹੜਾ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਤੇ ਗੁਰੂ ਨਾਨਕ ਦਾ ਪੰਥ ਸਮਝਦਾ ਹੋਊਗਾ ਵੀ ਗੁਰੂ ਨਾਨਕ ਦਾ ਪੰਥ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣਾ ਸਾਰਾ ਸਰਬੰਸ ਵਾਰ ਕੇ ਫਿਰ ਇਹ ਪੰਥ ਕਾਇਮ ਕੀਤਾ। ਅੱਜ ਤਾਂ 2-4 ਇਕੱਠੇ ਹੋਏ, ਉਹਨਾਂ ਨੇ ਕੋਈ ਨਾ ਕੋਈ ਜਮਾਤ ਖੜੀ ਕਰ ਦਿੱਤੀ ਨਾਲ ਦੀ ਨਾਲ ਹੀ। ਪਰ ਇਸ ਇਲਾਕੇ ਦੇ ਵਿੱਚ, ਮਾਲਵੇ ਦੇ ਵਿੱਚ ਸਾਧਾਂ ਦਾ ਬਹੁਤਾ ਜ਼ਿਆਦਾ ਜ਼ੋਰ ਹੋਣ ਕਰਕੇ
ਲੋਕ ਉਹਨਾਂ ਨੂੰ ਮੰਨਦੇ ਨੇ, ਪਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਇਸ ਇਲਾਕੇ ਦੇ ਵਿੱਚ ਆਏ ਹੋਏ ਨੇ। ਜਿਸ ਵਕਤ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਇਲਾਕੇ ਨੂੰ ਉਤਾਰ ਰਹੇ ਨੇ, ਤੰਬੂ ਲੱਗਿਆ ਮਹਾਰਾਜ ਜੀ ਦਾ ਆਰਾਮ ਕਰਦੇ ਨੇ। ਕਈ ਪਿੰਡਾਂ ਦੇ ਵਿਚਾਲੇ ਤੰਬੂ ਲੱਗਿਆ, ਸੰਗਤਾਂ ਆਉਂਦੀਆਂ ਨੇ ਮਿਲਣ ਵਾਸਤੇ। ਕਲਗੀਧਰ ਪਾਤਸ਼ਾਹ ਮਹਾਰਾਜ ਦਾ ਸਮਾਂ ਰੱਖਿਆ ਹੋਇਆ ਵੀ ਇੰਨੇ ਕੁ ਵਜੇ ਮਹਾਰਾਜ ਜੀ ਮਿਲ ਜਾਂਦੇ ਨੇ। ਪਰ ਗੁਰੂ ਪੀਰ ਤਾਂ ਇੱਕ ਵਿਖਾਵੇ ਦਾ ਹੀ ਹੁੰਦਾ ਵੀ ਇਹ ਆਰਾਮ ਕਰਦੇ ਨੇ। ਜਿੱਦੇ ਗੁਰੂ ਪੀਰ ਆਰਾਮ ਕਰਨ ਲੱਗ ਗਏ ਉੱਥੇ ਤਾਂ ਮਹਾਂਪਰਲੋਂ ਆ ਜਾਣੀ ਉਸ ਦਿਨ ਤਾਂ। ਪਰ ਚਲੋ ਸਾਧੂ ਮਹਾਂਪੁਰਖ ਆਉਂਦੇ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ, ਮਹਾਰਾਜ ਜੀ ਆਰਾਮ ਕਰਦੇ ਨੇ। ਇੱਕ ਸਾਧ ਆਇਆ, ਮਸਤਾਨਾ ਦੀਵਾਨਾ ਹੈ, ਉੱਚਾ ਚਤਰ ਚਲਾਕ ਵੀ ਆਪਣੇ ਆਪ ਨੂੰ ਬਹੁਤਾ ਕਹਾਉਂਦਾ। ਉਹਨੇ ਆ ਕੇ ਕਿਹਾ ਮੈਂ ਮਹਾਰਾਜ ਦੇ ਦਰਸ਼ਨ ਕਰਨੇ ਹਨ। ਆ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਆਰਾਮ ਕਰਦੇ ਨੇ। 25 ਸਿੱਖ ਪਹਿਰੇ ਤੇ ਨੇ। ਉਹਨਾਂ ਨੇ ਕਿਹਾ ਮਹਾਰਾਜ ਜੀ ਆਰਾਮ ਕਰਦੇ ਨੇ, ਕਿਤੇ ਫੇਰ ਆ ਜਿਓ, ਸ਼ਾਮ ਨੂੰ ਆ ਜਿਓ ਜਾਂ ਸੁਬਾਹ ਆ ਜਿਓ, ਕੋਈ ਗੱਲ ਨਹੀਂ, ਤੁਹਾਨੂੰ ਦਰਸ਼ਨ ਹੋ ਜਾਣਗੇ। ਉਹ ਨਾ ਮੰਨਿਆ, ਬਹੁਤੀ ਜਿੱਦ ਕਰੀ, ਮੈਂ ਤਾਂ ਜਾਊਂਗਾ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ। ਉਹਦੇ ਹੱਥ ਵਿੱਚ ਵੀ ਤਲਵਾਰ ਫੜੀ ਹੋਈ ਹੈ। ਸਿੱਖਾਂ ਨੇ ਕਿਹਾ ਇਸ ਤਰ੍ਹਾਂ ਨਹੀਂ ਤੂੰ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰ ਸਕਦਾ, ਮਹਾਰਾਜ ਦਾ ਹੁਕਮ ਹੈ। ਭਾਈ ਸੰਤੋਖ ਸਿੰਘ ਜੀ ਕਥਾ ਵਰਣਨ ਕਰਦੇ ਹਨ। ਨਾ ਮੁੜਿਆ, ਧੱਕੇ ਨਾ ਜਾਣ ਲੱਗਿਆ। ਫਿਰ ਖਾਲਸਿਆਂ ਨੇ ਕਿਹਾ ਚੂਕਾਰ ਅਜ ਹਮਾ ਹਿਲ ਤੇ ਦਰ ਗੁਜਸਤ, ਹਲਾਲ ਅਸਤ ਬਰਦਨ ਬਾ ਸ਼ਮਸ਼ੀਰ ਦਸਤ। ਤਲਵਾਰ ਕੱਢੀ, ਉੱਥੇ ਸਾਧ ਝਟਕਾ ਦਿੱਤਾ, ਨਾਲ ਦੀ ਨਾਲ ਧਰਤੀ ਤੇ ਲੰਬਾ ਪਾ ਦਿੱਤਾ, ਵੱਢ ਦਿੱਤਾ ਭਾਵ ਕਹਿਣ ਤੋਂ। ਹੁਣ ਉਹਨਾਂ ਦੀ ਜਮਾਤ ਹੈ। ਕਿਸੇ ਨੇ ਜਾ ਕੇ ਸਾਧਾਂ ਨੂੰ ਦੱਸਿਆ ਤੁਹਾਡੇ ਨਾਲ ਦਾ ਇੱਕ ਸਾਧ ਜਿਹੜਾ ਨਾ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਿੰਘਾਂ ਨੇ ਵੱਢ ਦਿੱਤਾ। ਦੇਖੋ ਗੱਲ ਕਰਨ ਦੇ ਵਿੱਚ ਕਿੰਨਾ ਫਰਕ ਹੈ। ਇੱਕ ਗੱਲ ਨੂੰ ਜਿਹੜਾ ਉਹ ਛਪਾਉਣਾ, ਭਾਵ ਉਹਦੀ ਵਧਾ ਘਟਾ ਕੇ ਦੱਸਣਾ, ਇਹ ਬਹੁਤ ਜਿਹੜੀ ਅਮਰ ਜੀ ਕਹਿੰਦੇ ਮੰਦਭਾਗੀ ਹੈ, ਗਲਤ ਗੱਲ ਹੈ। ਇਸ ਕਰਕੇ ਜਿਵੇਂ ਇੱਕ ਪਠਾਨ, ਉਹਦੇ ਘਰ ਦੇ ਵਿੱਚ ਕੋਈ ਬੱਚਾ ਨਹੀਂ, ਦੋਨੋਂ ਹੈ, ਘਰ ਵਾਲੀ ਹੈ ਤੇ ਪਠਾਨ ਹੈ। ਘਰ ਵਿੱਚ ਕੋਈ ਵੀ ਨਹੀਂ ਹੈ, ਨਾ ਕੋਈ ਧੀ ਹੈ ਨਾ ਪੁੱਤਰ ਹੈ। ਇੱਕ ਦਿਨ ਪਠਾਣੀ ਨੇ ਕਿਹਾ ਆਇਆ ਕਰੋ, ਕੋਈ ਨਾ ਕੋਈ ਨੌਕਰ ਭਾਲ ਲਿਆਓ, ਜਿਹੜਾ ਉਹ ਨੌਕਰ ਆ ਕੇ ਆਪਣੇ ਘਰ ਦਾ ਜਿਹੜਾ ਕੰਮ ਧੰਦਾ ਉਹ ਕਰ ਦੇਵੇ, ਉਹਨੂੰ ਯੋਗ ਤਨਖਾਹ ਵੀ ਦੇ ਦਿਆਂਗੇ। ਪਠਾਨ ਬਾਜ਼ਾਰ ਵਿੱਚ ਚਲਿਆ ਗਿਆ। ਜਾਂਦਿਆਂ ਜਾਂਦਿਆਂ ਦੇਖਿਆ ਇੱਕ ਨੌਜਵਾਨ ਬੱਚਾ, ਚੜ੍ਹਦੀ ਅਵਸਥਾ ਹੈ, 17, 18, 19 ਸਾਲਾਂ ਦਾ ਕਹਿ ਲਓ। ਉਹ ਤੁਰਿਆ ਆਉਂਦਾ, ਪਠਾਨ ਨੂੰ ਆ ਕੇ ਮੱਥਾ ਟੇਕਿਆ। ਆ ਕੇ ਕਹਿਣ ਲੱਗਿਆ ਜੀ ਮੈਂ ਨਾ ਕਿਤੇ ਨੌਕਰੀ ਕਰਨੀ ਚਾਹੁੰਦਾ ਹੈ, ਮੇਰਾ ਕੋਈ ਨਹੀਂ ਅੱਗੇ ਪਿੱਛੇ, ਮੈਂ ਤਾਂ ਇਕੱਲਾ ਹੀ ਹਾਂ। ਨੌਕਰੀ ਕਰਨੀ ਚਾਹੁੰਦਾ ਹੈ, ਕਿਸੇ ਦੇ ਘਰ ਜੇ ਕਿਤੇ ਮੈਨੂੰ ਕੋਈ ਨੌਕਰੀ ਮਿਲ ਜੇ। ਪਠਾਨ ਕਹਿਣ ਲੱਗਾ ਸਾਨੂੰ ਲੋੜ ਹੈ, ਚੱਲ ਸਾਡੇ ਘਰ, ਅਸੀਂ ਦੋਨੇ ਹੀ ਹਾਂ, ਤੀਜਾ ਤੂੰ ਹੈ, ਪ੍ਰਸ਼ਾਦਾ ਬਣਾ ਲਿਆ ਕਰਾਂਗੇ, ਛਕ ਲਿਆ ਕਰਾਂਗੇ। ਕਹਿੰਦਾ ਜੀ ਠੀਕ ਹੈ। ਚੱਲਿਆ ਗਿਆ। ਘਰ ਦੇ ਵਿੱਚ ਜਾ ਕੇ ਘਰ ਵਾਲੀ ਪਠਾਣੀ ਕੋਲ ਬੈਠੀ ਹੈ, ਪਠਾਨ ਬੈਠਾ, ਤਿੰਨੇ ਬੈਠੇ ਨੇ। ਪੁੱਛਦੇ ਨੇ ਕੀ ਲਏਗਾ, ਨੌਕਰੀ ਕੀ ਲਏਗਾ? ਇਹ ਪੁੱਛਦੇ ਨੇ ਕਿੰਨੇ ਪੈਸੇ ਲਏਗਾ, ਕੀ ਹੋਰ ਕੱਪੜਾ ਲੀੜਾ ਕੀ? ਉਹ ਕਹਿਣ ਲੱਗਿਆ ਕੱਪੜਾ ਲੀੜਾ ਸਮਾ ਦਿਆ ਕਰੋ, ਸਾਲ ਵਿੱਚ 2 ਵਾਰੀ ਮੈਨੂੰ, 6 ਮਹੀਨਿਆਂ ਵਿੱਚ ਇੱਕ ਕੁੜਤਾ ਪਜਾਮਾ, ਕੁੜਤਾ ਜਿਹੜਾ ਉਹ ਚਲੋ ਜਿਹੜਾ ਪਾਉਣ ਵਾਲਾ ਸੀ ਉਸ ਵਕਤ ਦਾ, ਇੱਕ ਸਮਾ ਦਿਆ ਕਰੋ। ਮੈਂ ਪੈਸੇ ਨਹੀਂ ਤੁਹਾਤੋਂ ਲੈਂਦਾ, ਪਰ ਹਾਂ ਇੱਕ ਮੇਰੀ ਆਦਤ ਹੈ। ਉਹ ਕੀ? ਮੈਂ 1 ਸਾਲ ਵਿੱਚ ਇੱਕੋ ਹੀ ਚੁਗਲੀ ਕਰਦਾ ਹੁੰਦਾ, ਬਸ ਹੋਰ ਨਹੀਂ ਕਰਦਾ ਮੈਂ, ਹੋਰ ਕੋਈ ਵਾਧੂ ਘਾਟੂ ਗੱਲ ਨਹੀਂ ਤੁਹਾਨੂੰ ਕਹਿੰਦਾ। 1 ਸਾਲ ਵਿੱਚ ਇੱਕ ਚੁਗਲੀ ਕਰਦਾ, ਉਹ ਮੇਰਾ ਸੁਭਾਅ ਬਣਿਆ ਹੋਇਆ। ਪਠਾਨ ਕਹਿਣ ਲੱਗੇ ਕਰ ਲਈ ਇੱਕ ਚੁਗਲੀ ਦਾ, ਸਾਨੂੰ ਕਿਹੜਾ ਕੋਈ ਫਰਕ ਪੈਣ ਲੱਗੇ। ਘਰ ਵਿੱਚ ਕੰਮ ਕਰਨ ਲੱਗ ਪਿਆ। ਕੰਮ ਕਰਦਿਆਂ ਕਰਦਿਆਂ ਇੰਨਾ ਵਿੱਚ ਰਚ ਮਿਚ ਗਿਆ ਬਹੁਤਾ ਜ਼ਿਆਦੇ। ਉਹ ਕਹਿਣ ਲੱਗੇ ਸਾਡਾ ਬੱਚਾ ਹੈ, ਤੇ ਬੱਚਾ ਕਹਿਣ ਲੱਗਿਆ ਇਹ ਮੇਰੇ ਮਾਂ-ਬਾਪ ਨੇ। ਹੁਣ ਸੁਭਾਅ ਬਣਿਆ ਹੋਇਆ ਸੀ। ਇੱਕ ਦਿਨ ਪਠਾਣੀ ਦੇ ਕੋਲ ਬੈਠ ਗਿਆ। ਪਠਾਣੀ ਦੇ ਕੋਲ ਬੈਠ ਕੇ ਗੋਡੇ ਨਾਲ ਹੱਥ ਦੋਨੇ ਲਾਏ, ਗੋਡੇ ਘੁੱਟਣ ਲੱਗਿਆ। ਉਸ ਪਠਾਨ ਦੇ ਘਰ ਵਾਲੀ ਨੇ ਪੁੱਛਿਆ ਅੱਜ ਕੀ ਕਾਰਨ ਹੈ? ਕਹਿਣ ਲੱਗੇ ਕਾਰਨ ਤਾਂ ਕੋਈ ਨਹੀਂ,
मैं आख्या चलो सेवा करके विहले हाँ, कुछ जेर समा तुहाडे कोले बैठ जियो। कहण लगी पुत्रा बैठ। गल्लां करदियां करदियां सुभाਅ ਬਣਿਆ ਹੋਇਆ ਸੀ। ਉਹਨੇ ਕਹਿ ਦਿੱਤਾ ਪਠਾਣੀ ਨੂੰ ਜਿਹੜਾ ਪਠਾਨ ਹੈ ਨਾ ਨਵੀਂ ਸ਼ਾਦੀ ਕਰਾਉਣੀ ਚਾਹੁੰਦਾ ਹੈ। ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਬਸ ਭਾਵ ਚੁਗਲਖੋਰ ਨਾ ਚੁਗਲੀਆਂ ਬਾਝ ਰਹਿੰਦੇ, ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ। ਉਹ ਕਹਿਣ ਲੱਗੀ ਸਾਡੇ ਵਿੱਚ ਕੋਈ ਤਕਰਾਰ ਵਾਲੀ ਗੱਲ ਤਾਂ ਅੱਜ ਤੱਕ ਹੋਈ ਨਹੀਂ ਹੈ, ਇਹ ਕਿਵੇਂ ਹੋ ਸਕਦਾ? ਬਸ ਮੇਰਾ ਫਰਜ਼ ਸੀ, ਮੈਂ ਤੁਹਾਡੇ ਘਰ ਦਾ ਲੂਣ ਪਾਣੀ ਖਾਣਾ ਹੈ, ਇਹ ਪੱਕਾ ਗੱਲ ਹੈ, ਮੈਂ ਆਪ ਖੁਦ ਸੁਣਿਆ ਉਦੋਂ ਉਹ ਸ਼ਾਦੀ ਕਰਾਊਗਾ ਦੁਆਰੇ। ਪਠਾਣੀ ਤੜਫ ਗਈ। ਉਹ ਕਹਿਣ ਲੱਗੀ ਕੋਈ ਆਪਾ ਹੈ ਇੱਕ, ਪਰ ਥੋੜਾ ਜਿਹਾ ਔਖਾ ਹੈ ਆਪਾ। ਉਹ ਕਹਿਣ ਲੱਗੀ ਦੱਸ ਮੈਂ ਕਰ ਲੂੰ। ਚੰਗਾ ਇਉਂ ਕਰੀ, ਜੇ ਉਪਾਅ ਕਰਾਉਣਾ ਹੈ ਨਾ ਤਾਂ ਪਠਾਨ ਦੇ ਦਾੜੇ ਦਾ ਬਾਲ ਲਿਆ ਦੀ, ਇੱਕ ਮੈਨੂੰ ਤੇਰਾ ਉਪਾਅ ਕਰ ਦੂੰਗਾ। ਉਹ ਕਹਿਣ ਲੱਗੀ ਚਲੋ ਠੀਕ ਹੈ ਜੀ। ਉਧਰ ਇੱਕ ਦੋ ਦਿਨ ਬੀਤੇ। ਪਠਾਨ ਕੋਲੇ ਬੈਠ ਕੇ ਜਾ ਕੇ ਨੌਕਰ ਗੋਡੇ ਘੁੱਟਦਿਆਂ ਗੱਲ ਕਰਦਿਆਂ ਉਹਨੇ ਕਹਿ ਦਿੱਤਾ ਪਠਾਨ ਜੀ ਬੜਾ ਜਿਹਾ ਖਿਆਲ ਰੱਖਿਆ ਕਰੋ ਆਪਣਾ। ਕਿਉਂ? ਪਠਾਣੀ ਤੁਹਾਡਾ ਗਲ ਵੱਢਣ ਨੂੰ ਫਿਰਦੀ ਹੈ, ਗਲ ਵੱਢੂਗੀ ਤੁਹਾਡਾ ਪਠਾਣੀ। ਕਹਿਣ ਲੱਗੇ ਅੱਛਾ, ਸਾਡੀ ਤਾਂ ਕੋਈ ਤਕਰਾਰ ਵਾਲੀ ਗੱਲ ਹੀ ਨਹੀਂ ਹੋਈ, ਸਾਡਾ ਆਪਸ ਵਿੱਚ ਬਹੁਤ ਜ਼ਿਆਦਾ ਪ੍ਰੇਮ ਹੈ, ਅਸੀਂ ਇੱਕ ਦੂਸਰੇ ਬਿਨਾਂ ਪ੍ਰਸ਼ਾਦਾ ਵੀ ਨਹੀਂ ਛਕਦੇ, ਘਰ ਦੇ ਵਿੱਚ ਸਾਡੇ ਤਾਂ ਸਵਰਗ ਬਣਿਆ। ਇਹ ਗੱਲ ਉਹ ਕਹਿਣ ਲੱਗਿਆ ਬਸ ਮੈਂ ਦੱਸਣਾ ਸੀ, ਮੇਰਾ ਫਰਜ਼ ਸੀ, ਮੈਂ ਦੱਸ ਦਿੱਤਾ। ਦੋਨਾਂ ਦੇ ਵਿੱਚ ਕਰ ਦਿੱਤੀ, ਉੱਧਰ ਵੀ। ਇੱਕ ਦਿਨ ਪਠਾਨ ਪਿਆ, ਉਹ ਪਠਾਣੀ ਨੂੰ ਹੁਣ ਕਦ ਇਹ ਲੱਗਿਆ ਪਿਆ ਮੈਂ ਕਦੋਂ ਇਸ ਪਠਾਨ ਦੇ ਦਾੜੇ ਦਾ ਬਾਲ ਇੱਕ ਕੱਢਾਂ ਤੇ ਜਾ ਕੇ ਨੌਕਰ ਨੂੰ ਫੜਾਵਾਂ, ਉਹ ਮੇਰਾ ਉਪਾਅ ਕਰ ਦੇਵੇ। ਇਸ ਤਰ੍ਹਾਂ ਕਰਦਿਆਂ ਇੱਕ ਦਿਨ ਪਠਾਨ ਆਰਾਮ ਕਰਦਾ ਹੈ। ਪਠਾਣੀ ਨੇ ਉਸੇ ਤਰ੍ਹਾਂ ਆਪਣੇ ਸੁਭਾਅ ਮੁਤਾਬਕ ਗਈ, ਜਾ ਕੇ ਜਦੋਂ ਉਹਦੇ ਦਾੜੇ ਦਾ ਬਾਲ ਪੱਟਣ ਲੱਗੀ ਉਹਨੂੰ ਜਾਗ ਆ ਕੇ ਉਹਨੇ ਤਲਵਾਰ ਚੁੱਕੀ। ਮਨ ਵਿੱਚ ਆ ਗਿਆ ਪਠਾਣੀ ਸ਼ਾਇਦ ਮੈਨੂੰ ਵੱਢਣਾ ਚਾਹੁੰਦੀ ਹੈ, ਮਾਰਨਾ ਚਾਹੁੰਦੀ ਹੈ। ਉਹਨੇ ਤਲਵਾਰ ਚੁੱਕ ਕੇ ਪਠਾਣੀ ਦਾ ਜਿਹੜਾ ਗਲ ਧੜ ਸੀ ਨਾ ਉਹ ਗਰਦਨ ਦੇ ਨਾਲੋਂ ਅਲੱਗਾ ਕਰ ਦਿੱਤੀ, ਮਾਰ ਦਿੱਤੀ ਭਾਵ ਕਹਿਣ ਤੋਂ। ਇਕੱਠ ਹੋ ਗਿਆ, ਸੁਬਹ ਅੰਮ੍ਰਿਤ ਵੇਲਾ ਹੋਇਆ, ਇਕੱਠ ਹੋ ਗਿਆ, ਲੋਕ ਆ ਗਏ ਸਾਰੇ। ਕੀ ਹੋ ਗਿਆ? ਪਠਾਨ ਨੇ ਆਪਣੇ ਘਰ ਵਾਲੀ ਵੱਢ ਦਿੱਤੀ। ਜਦੋਂ ਇਕੱਠ ਹੋਇਆ ਪੁੱਛਿਆ ਕਾਰਨ ਕੀ ਸੀ? ਉਹ ਕਹਿਣ ਲੱਗੇ ਕਾਰਨ ਤਾਂ ਸਾਡੇ ਵਿੱਚ ਕੋਈ ਨਹੀਂ ਸੀ ਐਸਾ, ਪਰ ਮੇਰਾ ਗਲ ਵੱਢਣ ਨੂੰ ਫਿਰਦੀ ਸੀ, ਇਹ ਨਹੀਂ ਪਤਾ ਕਿਉਂ। ਕੋਈ ਸਾਡਾ ਲੜਾਈ ਨਹੀਂ, ਕੋਈ ਝਗੜਾ ਨਹੀਂ, ਕੋਈ ਤਕਰਾਰ ਨਹੀਂ। ਗੱਲ ਖੋਜਦਿਆਂ ਪਤਾ ਲੱਗਿਆ ਬਈ ਇਸ ਗੱਲ ਦੀ ਢੂੰਡਣਾ ਕਰੋ। ਉਹ ਕਹਿਣ ਲੱਗਿਆ ਨੌਕਰ ਨੇ ਮੈਨੂੰ ਤਾਂ ਕਿਹਾ ਸੀ ਵੀ ਜਿਹੜਾ ਨਾ ਪਠਾਣੀ ਤੇਰਾ ਗਲ ਵੱਢੂਗੀ। ਨੌਕਰ ਨੇ ਕਹਿ ਦਿੱਤਾ ਮੈਂ ਤੁਹਾਨੂੰ ਕਿਹਾ ਸੀ ਵੀ ਇੱਕ ਸਾਲ ਵਿੱਚ ਇੱਕੋ ਹੀ ਚੁਗਲੀ ਕਰਦਾ, ਮੈਂ ਵੱਧ ਨਹੀਂ ਕਰਦਾ, ਉਹ ਮੇਰਾ ਸੁਭਾਅ ਸੀ। ਤੁਸੀਂ ਕਹਿਤਾ ਕਰ ਲਿਓ ਤੇ ਮੈਂ ਆਪਣੀ ਜਿਹੜਾ ਸੁਭਾਅ ਮੁਤਾਬਕ ਚੁਗਲੀ ਕਰ ਦਿੱਤੀ ਤੇ ਮੈਂ ਚੁਗਲੀ ਕਰ ਦਿੱਤੀ ਤੇ ਤੁਸੀਂ ਨਾਲ ਦੀ ਨਾਲ ਪਠਾਣੀ ਦਾ ਗਲ ਵੱਢ ਦਿੱਤਾ। ਗੱਲ ਕੋਈ ਨਹੀਂ ਵਿੱਚੋਂ ਨਿਕਲੀ ਹੈ। ਇਸ ਕਰਕੇ ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਨੇ ਵਿਦਵਾਨ ਦਾ ਲੇਖ ਹੈ, ਗੱਲ ਕਹਿੰਦਿਆਂ ਚੁਗਲਖੋਰ ਨਾ ਚੁਗਲੀਆਂ ਬਾਝ ਰਹਿੰਦੇ, ਗੱਲ ਕਹਿੰਦਿਆਂ ਕਹਿ ਜਾਂਦੇ ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ ਆਖਰ ਢਹਿੰਦਿਆਂ ਢਹਿ ਜਾਂਦੇ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਉਹ ਬਸ ਗੱਲ ਕੋਈ ਹੈ ਹੀ ਨਹੀਂ ਸੀ, ਵਧਾ ਕੇ ਐਵੇਂ ਲੋਕਾਂ ਨੇ ਜਾ ਦਸੀ ਸਾਧਾਂ ਨੂੰ, ਤੁਹਾਡੇ ਨਾਲ ਦਾ ਸਾਧ ਮਾਰ ਦਿੱਤਾ ਸਿੱਖਾਂ ਨੇ। ਉਸੇ ਵਕਤ ਇਕੱਠ ਕਰ ਲਿਆ। ਉਹਨਾਂ ਦੇ ਦੋ ਮੁਖੀ ਨੇ ਸਾਧ, ਇੱਕ ਦਾ ਨਾਮ ਹੈ ਸੁੱਖਾ, ਦੂਸਰੇ ਦਾ ਨਾਮ ਹੈ ਭਾਈ ਬੁੱਧੂ। ਦੋ ਪਠਾਨ ਨੇ ਜਿਹੜੇ ਉਸ ਇਲਾਕੇ ਦੇ ਮੰਨੇ ਪਰਮੰਨੇ ਨੇ। ਉਹਨਾਂ ਨੇ ਇਕੱਠ ਕਰ ਲਿਆ, ਵੱਡੀ ਪੱਧਰ ਤੇ ਇਕੱਠ ਹੋ ਗਿਆ। ਉਹਨਾਂ ਨੇ ਕਿਹਾ ਕਲਗੀਧਰ ਪਾਤਸ਼ਾਹ ਮਹਾਰਾਜ ਇਸ ਇਲਾਕੇ ਵਿੱਚ ਆਏ ਨੇ, ਉਹਨਾਂ ਨੇ ਆਪਣਾ ਬੰਦਾ ਮਾਰਤਾ, ਚਲੋ ਉਹਨਾਂ ਦਾ ਬਦਲਾ ਲੈਣ ਚੱਲੀਏ ਆਪਾਂ। ਇਕੱਠੇ ਹੋ ਗਏ ਸਾਧ ਸਾਰੇ। ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਮਾਰਨ ਵਾਸਤੇ 50 ਸਾਧ ਇਕੱਠੇ ਹੋ ਕੇ ਤੁਰ ਪਏ, ਹੱਥ ਵਿੱਚ ਹਥਿਆਰ ਲੈ ਲਏ। ਜਦੋਂ ਹੱਥ ਵਿੱਚ ਹਥਿਆਰ ਲੈ ਕੇ 50 ਜਾਣੇ ਤੁਰੇ ਜਾਂਦੇ ਨੇ, ਦੋ ਭਾਈ ਸੁੱਖਾ ਤੇ ਭਾਈ ਬੁੱਧੂ ਇਹ ਦੋਨੋਂ ਜਿਹੜੇ ਅੱਗੇ ਜਾਂਦੇ ਨੇ ਵੀ ਆਪਾਂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਮੌਤ ਦੇ ਘਾਟ ਉਤਾਰ ਦੇਣਾ। ਆਪਣੇ ਘਰ ਤੋਂ ਚੱਲ ਕੇ ਅੱਧ ਵਿੱਚ ਆ ਗਏ।
उधर ये रह गया भी अध कलगीधर पातशाह महाराज का रस्ता रह गया, अध साडा घर रह गया। रास्ते में आउंदियां आउंदियां सोचिया कुछ क बंदियां ने, वो कहन लगे अपना कलगीधर पातशाह महाराज दे नाल की बैर है। आपां तां बेचारे ने कुछ कहा नहीं, वो घर घाट छड्ड आए, सारा परिवार उन्होंने खेरू खेरू हो गया, कौम के बदले उन्होंने अपना परिवार लाता, आपां ने की लैना है। ये विचार करके उन्होंने 25 चढ़ गए, 25 रह गए, बस 50 तुरे 25 चढ़ गए तो 25 रह गए। अगे जाते जाते फिर विचार हुई, थोड़ा मैं अर्ज करदा है, मर्जी कहते सबना ऊपर नजर प्रभ तेरी, किसै थोड़ी किसै है कनेरी। जांदा जांदा रस्ते दे विच फिर जिहड़ा वो जदों 25 रह गए उन्हां दे विचों 10 बंदियां ने फिर विचार बनाई, वो कलगीधर पातशाह महाराज वो है जिहड़ा 10 लाख की फौज तो नहीं डरिया, 40 भुखे सिख सी, 10 लाख फौज दे भड़थू पा दिता उस कलगियां वाले ने। आपां 20-25 की करांगे उन्हां दे अगे, विचार बना के 10 फिर चढ़ गए, रह गए 12 पिछे। जदों अगे गए जांदे जांदे जदों कलगीधर पातशाह महाराज दे जमे ही नेड़े चले गए, उन्हां दे विचों जिहड़े ना वो 10-12 फिर चढ़ गए, केवल 2 रह गए। कौन? भाई सुखो ते भाई बुद्धू, दोनों ही रह गए। सब चढ़ गए, जो पिछे मुड़ के देखिया आपां तां 2 ही रह गए। हुण वो कहण लगे आपां मुड़ना नहीं, आपां जिहड़ा काम करना आया हुण वो अपना काम करके ही जाना है। एक कोले सरंगी चक्की हुई है, एक कोले ढड्ड चक्की हुई है, दोनों जाने जाते ने, शस्त्र रख देते, अगे महाराज जी तख्त उत्ते बैठे ने। तख्त उत्ते बैठ के कहन लगे वो सुखू ते भाई बुद्धू दोनों कहन लगे आपां इउं करांगे, कलगीधर पातशाह महाराज दे जदों दीवान सजा होया, पंडाल सजिया, आपां गाउण लग जांगे, महाराज दे उल्ट गावांगे, विरुद्ध गावांगे महाराज जी दे, ते आपी संगत दे विच जिहड़ा वो पता लग जूगा महाराज किन्ने क पानी विच है। इस तरह करदे ढड्ड ते सारंगी बार विच रख के दोनों जाने अंदर चले गए, जाके मत्था टेक के बैठ गए। कलगीधर पातशाह महाराज तख्त ते बैठे बैठे बड़ी उच्ची उच्ची हसे। भाई दया सिंह वर्गिया ने पूछा महाराज ये हसन का कारण की है? कहन लगे भाई आ 2 साध आए ने, मस्ताने दीवाने ने, इन्हां कोले 2 समान सी, 2 संत। भाई संतोख सिंह ने इसी तरह लिखा, कहते 2 संत सी, समान सी इन्हां कोले, ये बाहर रखा ही। कहन लगे मज ने आवाज दी भाई वो लैके आओ समान जिहड़ा तुसी पिछों अपने घर तो लैके आए हो ना, मन विच धारण करके वो लैके आओ, जाओ। दोनों गए, ढड्ड ते सरंगी चक लियाए, कलगीधर पातशाह महाराज दे कोले खड़ गया कि महाराज कहंदे कि गाओ जिहड़ा तुसी मन विच लैके आए हो। ते महाराज दे कोल खड़ के हथ बन के कहन लगे सच्चे पातशाह असी की गाइए? हाँ महाराज कहन लगे गाओ, जिहड़ा तुहाडे मन विच फैसला है करके ले आए हो ना, वो गाओ। संगत बैठी है, मेरा भी जी करदा है। ते कलगीधर पातशाह महाराज दे चरणां दे विच खड़ के फिर भाई संतोख सिंह जी कहन लगे, उन्होंने फिर गाया खड़ के की कच्चा कोठा विच बसदा जानी, सदा न मापे सदा न जवानी। डर के जे गाया हौली कि देने, अज कहते उच्ची होर गाओ, जिहड़ी स्वर उच्ची होर चुको। फिर दूजी बार उन्होंने यही गाया कच्चा कोठा विच बसदा जानी, सदा न मापे सदा न जवानी। दूसरी बार गाया कलगीधर पातशाह महाराज जी कहते होर उच्ची गाओ। वातावरण टिकिया होया सी, फिर उन्होंने जक जी जिहड़ी खुल गई। फिर दोबारा उच्ची देने उन्होंने खड़ के महाराज दे कोले कुछ मन का डर भै दूर हो गया। ते तीसरी बारी उच्ची खड़ के फिर उन्होंने गाया। भाई संतोख सिंह जी कहते कहते की ने कच्चा कोठा जी विच वसदा जानी, वसदा जानी, कच्चा कोठा जी विच वसदा जानी, वसदा जानी। कच्चा
ਕੋਠਾ ਜੀ ਵਿੱਚ ਵਸਦਾ ਜਾਨੀ, ਵਸਦਾ ਜਾਨੀ। ਜਾਨੀ ਕੱਚਾ ਕੋਠਾ ਜੀ ਵਿੱਚ ਵਸਦਾ ਜਾਨੀ, ਵਸਦਾ ਜਾਨੀ। ਕੱਚਾ ਕੋਠਾ ਜੀ ਵਿੱਚ ਵਸਦਾ ਜਾਨੀ, ਵਸਦਾ ਜਾਨੀ। ਕੱਚਾ ਕੋਠਾ ਜੀ ਵਿੱਚ ਵਸਦਾ ਜਾਨੀ, ਵਸਦਾ ਜਾਨੀ। ਸਦਾ ਨਾ ਮਾਪੇ ਸਦਾ ਨਾ ਜਵਾਨੀ, ਸਦਾ ਨਾ ਮਾਪੇ ਸਦਾ ਨਾ ਜਵਾਨੀ। ਸਦਾ ਨਾ ਮਾਪੇ ਸਦਾ ਨਾ ਜਵਾਨੀ, ਸਦਾ ਨਾ ਮਾਪੇ ਸਦਾ ਨਾ ਜਵਾਨੀ। ਸਦਾ ਨਾ ਮਾਪੇ ਸਦਾ ਨਾ ਜਵਾਨੀ, ਸਦਾ ਨਾ ਮਾਪੇ ਸਦਾ ਨਾ ਜਵਾਨੀ। ਕੱਚਾ ਕੋਠਾ ਜੀ ਵਿੱਚ ਵਸਦਾ ਜਾਨੀ, ਵਸਦਾ ਜਾਨੀ। 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 ਮਹਾਰਾਜ ਜੀ ਕਹਿਣ ਲੱਗੇ ਸੁਣੋ ਸਿੱਖੋ ਧਿਆਨ ਨਾਲ ਕੀ ਕਹਿੰਦੇ ਨੇ। ਕਹਿੰਦੇ ਇਹ ਸਰੀਰ ਰੂਪੀ ਕੱਚਾ ਕੋਠਾ ਹੈ, ਇਹਦੇ ਵਿੱਚ ਵਸਦਾ ਕੌਣ ਹੈ? ਪਰਮਾਤਮਾ ਵਸਦਾ। ਜਾਨੀ ਨਾਮ ਪਰਮਾਤਮਾ ਦਾ ਹੈ। ਬੜੇ ਰੱਬ ਦੇ ਨਾਂ ਜਿਹੜੇ ਵਿਦਵਾਨਾਂ ਨੇ ਲਏ ਨੇ, ਗੁਰੂ ਪੀਰਾਂ ਨੇ, ਭਗਤਾਂ ਨੇ ਲਏ ਨੇ। ਕਹਿੰਦੇ ਸਰੀਰ ਰੂਪੀ ਕੱਚੇ ਕੋਠੇ ਵਿੱਚ ਕੌਣ ਵਸਦਾ? ਪਰਮਾਤਮਾ ਜਾਨੀ ਵਸਦਾ ਹੈ। ਤੇ ਚਰਨਾਂ ਵਿੱਚ ਡਿੱਗ ਪਏ। ਮਹਾਰਾਜ ਜੀ ਕਹਿਣ ਲੱਗੇ ਹੋਰ ਵੀ ਕੁਛ ਤੁਸੀਂ ਕਰਨ ਆਏ ਸੀ, ਬਸ ਚਰਨਾਂ ਤੇ ਡਿੱਗ ਕੇ ਦੋਨਾਂ ਨੇ, ਭਾਈ ਸੁਖੇ ਤੇ ਭਾਈ ਬੁੱਧੂ ਨੇ ਮਹਾਰਾਜ ਦੇ ਚਰਨ ਫੜ ਲਏ। ਸੱਚੇ ਪਾਤਸ਼ਾਹ ਸਾਨੂੰ ਬਖਸ਼ ਦਿਓ। ਫਿਰ ਕਲਗੀਧਰ ਪਾਤਸ਼ਾਹ ਮੱਝ ਨੂੰ ਆਏ ਕਿਹੋ ਜੀ ਭਾਵਨਾ ਲੈ ਕੇ? ਮਾਰਨ ਵਾਸਤੇ ਆਏ ਮਹਾਰਾਜ ਨੂੰ, ਵੀ ਮਾਰ ਦਾਂਗੇ, ਸਾਡਾ ਬੰਦਾ ਮਾਰ ਦਿੱਤਾ। ਫਿਰ ਕਿਹਾ ਸੱਚੇ ਪਾਤਸ਼ਾਹ ਸਾਡਾ ਸਾਧ ਤੁਸੀਂ ਮਾਰਤਾ, ਸ਼ਹੀਦ ਕਰ ਦਿੱਤਾ। ਗੱਲ ਨਹੀਂ ਸੀ ਪਤਾ ਉਹਨਾਂ ਨੂੰ, ਪਰ ਫਿਰ ਉਹ ਸਿੱਖ ਨੂੰ ਬੁਲਾਇਆ ਗਿਆ, ਪੁੱਛਿਆ ਕਾਰਨ ਕੀ ਹੈ? ਉਹ ਧੱਕੇ ਨਾਲ ਮਹਾਰਾਜ ਜੀ ਆਰਾਮ ਕਰਦੇ ਸੀ, ਉਹ ਧੱਕੇ ਨਾਲ ਜਾ ਕੇ ਗੁਰੂ ਜੀ ਨੂੰ ਉਠਾ ਰਿਹਾ ਸੀ ਵੀ ਮੈਂ ਜਿਹੜਾ ਨਾ ਮਹਾਰਾਜ ਨੂੰ ਮਿਲਣਾ ਹੈ। ਸਿੱਖਾਂ ਨੇ ਬਥੇਰਾ ਰੋਕਿਆ, ਮਿਹਨਤ ਕਰੀ, ਬਹਿ ਜਾ ਘੰਟਾ ਅੱਧਾ ਘੰਟਾ, ਮਹਾਰਾਜ ਜੀ ਆ ਜਾਣਗੇ ਬਾਹਰ, ਫਿਰ ਤੂੰ ਦਰਸ਼ਨ ਕਰ ਲਈ। ਉਹਨੇ ਧੱਕਾ ਕੀਤਾ ਤੇ ਧੱਕੇ ਨਾਲ ਅੰਦਰ ਜਾਣ ਲੱਗਿਆ। ਫਿਰ ਸਿੰਘਾਂ ਨੇ ਝਟਕਾ ਦਿੱਤਾ, ਸ਼ਹੀਦ ਕਰ ਦਿੱਤਾ। ਫਿਰ ਉਹਨਾਂ ਨੇ ਬੜੇ ਪਿਆਰ ਵਿੱਚ ਆ ਕੇ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰੀ, ਸੱਚੇ ਪਾਤਸ਼ਾਹ ਹੁਣ ਸਾਨੂੰ ਵੀ ਆਪਣੇ ਚਰਨਾਂ ਵਿੱਚ ਸੇਵਾ ਬਖਸ਼ਿਸ਼ ਕਰ ਦਿਓ। ਫਿਰ ਮਹਾਰਾਜ ਜੀ ਨੇ ਮੰਜੀ ਬਖਸ਼ੀ, ਜਾਓ ਤੁਸੀਂ ਇਲਾਕੇ ਦਾ ਪ੍ਰਚਾਰ ਕਰਨਾ ਹੈ। ਭਾਈ ਸੰਤੋਖ ਸਿੰਘ ਜੀ ਕਹਿਣ ਲੱਗੇ, ਦੋਨਾਂ ਨੂੰ ਕਿਹਾ ਤੁਹਾਡੇ ਕੋਲੇ ਹੁਨਰ ਹੈ, ਤੁਹਾਡੇ ਕੋਲੇ ਗੁਣ ਹੈ, ਤੁਹਾਡੇ ਕੋਲੇ ਕਿਰਪਾ ਹੈ, ਕੀ ਚੰਗਾ ਵਧੀਆ ਗਲਾ ਹੈ ਤੁਹਾਡਾ, ਤੁਹਾਡੇ ਕੋਲੇ ਗੁਣ ਹੈ, ਵਧੀਆ ਸਾਰੰਗੀ, ਵਧੀਆ ਢੱਡ ਵਜਾ ਲੈਂਦੇ ਤੁਸੀਂ, ਹੁਣ ਜਾ ਕੇ ਤੁਸੀਂ ਫਿਰ ਪ੍ਰਚਾਰ ਕਰੋ। ਫਿਰ ਉਹਨਾਂ ਨੇ ਮਾਲਵੇ ਇਲਾਕੇ ਦੇ ਵਿੱਚ ਗੁਰਸਿੱਖੀ ਦਾ ਪ੍ਰਚਾਰ ਕੀਤਾ। ਕਹਿਣ ਤੋਂ ਭਾਵ ਸਤਿਗੁਰੂ ਦੇ ਚਰਨਾਂ ਦੇ ਵਿੱਚ ਜਿਹੜਾ ਇੱਕ ਵਾਰੀ ਆ ਜਾਵੇ, ਮਹਾਰਾਜ ਉਹਦੇ ਉੱਤੇ ਕਿਰਪਾ ਕਰਦੇ ਹਨ। ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜੀ ਕਿਸੇ ਹੈ ਕਨੇਰੀ। ਆਪਾਂ ਕਨੇਰੀ ਨਜ਼ਰ ਦੇ ਪਾਤਰ ਬਣੇ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਮਹਾਰਾਜ ਕਿਰਪਾ ਕਰਦੇ ਨੇ, ਬਖਸ਼ਿਸ਼ ਕਰਦੇ ਨੇ। ਇਹ ਨਹੀਂ ਪਤਾ ਕਿਹੜੇ ਦਿਨ ਸਾਡੇ ਉੱਤੇ ਕਿਰਪਾ ਕਰਦੇ ਨੇ ਗੁਰੂ ਸਾਹਿਬ ਜੀ। ਜੇ ਮਹਾਰਾਜ ਜੀ ਕਹਿੰਦੇ ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਹੈ। ਜਨਮਾਂ ਜਨਮਾਂ ਦੀ ਜਿਹੜੀ ਮਲ ਹੈ, ਮੈਲ ਹੈ, ਉਹ ਗੁਰੂ ਦੀ ਕਿਰਪਾ ਦੇ ਨਾਲ ਕੱਟੀ ਜਾਂਦੀ। ਆਓ ਸਾਰੇ ਜੁੜੇ ਉਹਨਾਂ ਸਭ ਦੀ ਬਾਣੀ ਚ ਅਰਦਾਸ ਹੁਕਮਨਾਮਾ ਪ੍ਰਸ਼ਾਦ। ਫਿਰ ਰੱਬ ਜੀ ਨੇ ਆਪੋ ਆਪਣੇ ਘਰਾਂ ਨੂੰ ਵਾਹਿਗੁਰੂ ਵਾਹਿਗੁਰੂ ਕਰਦਿਆਂ ਜਾਣ ਦੀ ਖੇਚਲਾ ਕਰਨੀ ਹੈ। ਰਾਮ ਕਲੀ ਮਹਲਾ ਤੀਜਾ। ਆਨੰਦ ਓੰਕਾਰ ਸਤਿਗੁਰ ਪ੍ਰਸਾਦ ਜੀ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਦਾ ਪਾਇਆ ਸਹਿਜ ਸਿੱਧੀ, ਮਨ ਵਧੀਆਂ ਵਧਾਈਆਂ। ਜਾਗਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੀਆਂ ਆਈਆਂ। ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਆ
सतगुरु मैं पाया। ए मन मेरे तू सदा रहो हर नाले। नाल रहो तू मन मेरे, दुख सब विसारना। की कारो करे तेरा कार्य सब सवारना। सबना गला समरथ स्वामी, सो क्यों मनो विसारे। कह नानक मन मेरे सदा रो हर नाले। साचे साहिबा क्या नहीं करते रह। तेरा सब कुछ है जिस दे सो पावे। सिफत सलाह तेरी नाम मन विसावे। नाम जिनके मन वसिया वाजे शब्द कनेरे। कह नानक सच्चे साहिब क्या नहीं करते रह सच्चा। मेरा दारो साध नाम दारो बिराजिर भुखा सब गवाया। कर जात जुग मन आई वसिया, जिन इच्छा सब जाइया। सदा कुर्बान कीता गुर बिट हो जिस दियां वड्याइयां। कह नानक सुनो संतो, शब्द तरो प्यारो सच्चा। दारो वाजे पंच शब्द दित कर सुभागै। कर जो भागै शब्द बाजे, कला जित कर तारिया। पंच दूत दूध बस कीते काल कंटक मारिया। कर्म पाया तुझन से नामर के लागे। कह नानक दै सुख होआ हित कर अनाद बाजे। आनंद सुनो बड़ भागियो, सगल मनोरथ पूरे। प्रभ पाया उतरे सगल वसूरे। रोग रोग संताप उतरे, सुनी सच्ची बाणी। साजन पे सर से पूरे गुर ते जानी। नोटे पनीत कहते पवित्र सतगुर रैया भरपूर। बिन बंत नानक गुर चरण लागे बाजे अनहद तूरे। वाहिगुरु जी का खालसा, वाहिगुरु जी की फतेह फतेह। वाहिगुरु जी का खालसा वाहिगुरु जी की फतेह।